हाँ जी विद्यार्थियों, भाग 2 ਦੇ ਵਿੱਚ ਅਸੀਂ ਗੁਰੂ ਉਪਦੇਸ਼ ਕਵਿਤਾ ਦਾ ਬਾਕੀ ਰਹਿੰਦਾ ਭਾਗ ਜਿਹੜਾ ਹੈ ਉਹ ਪ੍ਰਸੰਗ ਤੇ ਵਿਆਖਿਆ ਪੂਰੀ ਕਰਾਂਗੇ। ਅਸੀਂ ਇਸ ਕਵਿਤਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਦੱਸੇ ਗਏ ਖਾਲਸੇ ਨੂੰ ਉਪਦੇਸ਼ ਦੇ ਬਾਰੇ ਜਾਣਕਾਰੀ ਲੈ ਰਹੇ ਹਾਂ। ਜਦੋਂ ਅਸੀਂ ਗੱਲ ਕੀਤੀ ਸੀ कि गुरु साहिब का सानू ये उपदेश सी कि जेकर मेरा खालसा अपने असूलों तो मुनकर हो गया, दूर चला गया, तो गुरु साहिब उत्थे उसका वो साथ नहीं देणगे, क्योंकि गुरु साहिब कह रहे हैं कि परमात्मा की होंद, मेरी होंद हमेशा सच के सिद्धांत अंदर होगी, तो जेकर ये भेद तुसीं लभना है ਤਾਂ ਖਾਲਸੇ ਦੇ ਵਿੱਚ ਪ੍ਰਵੇਸ਼ ਹੋ ਕੇ ਲੱਭ ਸਕਦੇ ਹੋ। ਸੋ ਆਓ ਉਸ ਤੋਂ ਅੱਗੇ ਦੇ ਉਪਦੇਸ਼ ਬਾਰੇ ਜਾਣਕਾਰੀ ਲਈਏ। ਕਿਰਤੀ ਕਾਮੇ ਤੇ ਗ੍ਰਹਿਸਤੀ ਸਦਾ ਵੱਡੇ, ਇਹਨਾਂ ਵਿੱਚ ਹੀ ਕਰਤਾ ਕਰਤਾਰ ਵਸਦਾ, ਕਿਰਤ ਕਰਤਾ ਰੂਪ ਕਰਤਾਰ ਬਣਦੀ, ਕਿਰਤ ਵਿੱਚ ਸ੍ਰਿਸ਼ਟੀ ਦਾ ਪਿਆਰ ਹੱਸਦਾ। ਕਿਰਤੀ ਕੌਣ ਨੇ? ਮਿਹਨਤੀ ਲੋਕ, ਕਾਮਾ ਮਜ਼ਦੂਰਾਂ ਨੂੰ ਕਿਹਾ ਜਾਂਦਾ ਹੈ, ਅਤੇ ਗ੍ਰਹਿਸਤੀ ਜੋ ਵਿਅਕਤੀ ਘਰ ਪਰਿਵਾਰ ਦੀ ਸੰਭਾਲ ਕਰਦਾ ਹੈ। ਇਸ ਸਤਰਾਂ ਦੇ ਰਾਹੀਂ, ਇਹਨਾਂ ਸਤਰਾਂ ਦੇ ਰਾਹੀਂ ਕਵੀ ਗੁਰੂ ਜੀ ਦੇ ਦੁਆਰਾ ਕਿਰਤ ਦੀ ਮਹਾਨਤਾ ਨੂੰ ਦਰਸਾਉਂਦਾ ਹੈ। ਗੁਰੂ ਜੀ ਦੇ ਦੁਆਰਾ ਦੱਸੀ ਗਈ ਸਾਡੀ ਜ਼ਿੰਦਗੀ ਦੇ ਵਿੱਚ ਕਿ ਕਿਰਤ ਦੀ ਕੀ ਅਹਿਮੀਅਤ ਹੈ ਉਸ ਦੇ ਬਾਰੇ ਦੱਸ ਰਿਹਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ, ਕਿਰਤੀ ਕਾਮੇ ਤੇ ਗ੍ਰਹਿਸਤੀ ਲੋਕ ਹਮੇਸ਼ਾ ਹੀ ਵੱਡੇ ਗਿਣੇ ਜਾਂਦੇ ਹਨ, ਸਤਿਕਾਰ ਦੇ ਪਾਤਰ ਮੰਨੇ ਜਾਂਦੇ ਹਨ, ਕਿਉਂਕਿ ਇਹਨਾਂ ਵਿੱਚ ਹੀ ਪਰਮਾਤਮਾ ਦਾ ਵਾਸ ਹੁੰਦਾ ਹੈ। ਪਰਮਾਤਮਾ ਦਾ ਵਾਸ ਕਿਉਂ ਹੁੰਦਾ ਹੈ? ਕਿਉਂਕਿ ਉਹ ਹੱਥੀਂ ਕਿਰਤ ਕਰਦੇ ਨੇ, ਮਿਹਨਤ ਦੀ ਕਮਾਈ ਕਰਦੇ ਨੇ। ਮਜ਼ਦੂਰ ਜਿਨ੍ਹਾਂ ਦਾ ਖੂਨ ਪਸੀਨਾ ਇੱਕ ਹੋਇਆ ਹੁੰਦਾ ਹੈ ਆਪਣੀ ਰੋਜ਼ੀ ਰੋਟੀ ਲਈ, ਅਤੇ ਗ੍ਰਹਿਸਤੀ ਵਿਅਕਤੀ ਉਹ ਵਿਅਕਤੀ ਜੋ ਸਾਰਾ ਦਿਨ ਆਪਣੀ ਕਿਰਤ ਕਮਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਕਿਰਤ ਹੀ ਪਰਮਾਤਮਾ ਦਾ ਰੂਪ ਬਣਦੀ ਹੈ। ਗੁਰੂ ਸਾਹਿਬ ਕਹਿ ਰਹੇ ਨੇ ਕਿ ਜੋ ਵਿਅਕਤੀ ਕਿਰਤ ਕਰਦਾ ਹੈ, ਮਿਹਨਤ ਕਰਦਾ ਹੈ, ਉਹ ਹੀ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ। ਕਿਰਤ ਵਿੱਚ ਹੀ ਸਾਰੀ ਸ੍ਰਿਸ਼ਟੀ ਦੀਆਂ ਖੁਸ਼ੀਆਂ ਅਤੇ ਪਿਆਰ ਵਾਸ ਕਰਦਾ ਹੈ। ਕਿਰਤ ਵਿੱਚ ਸ੍ਰਿਸ਼ਟੀ ਦਾ ਪਿਆਰ ਹੱਸਦਾ। ਕਹਿਣ ਤੋਂ ਭਾਵ ਹੈ ਕਿ ਹੱਥੀਂ ਮਿਹਨਤ ਕਰਨ ਦੇ ਨਾਲ ਹੀ ਸਾਨੂੰ ਸਮਾਜ ਦੀ ਹਰ ਖੁਸ਼ੀ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਭਗਤੀ ਨਾਮ ਦੀ ਵਿੱਚੋਂ ਹੁਣ ਮਿਲੂ ਸ਼ਕਤੀ, ਦੇਉ ਹੌਸਲਾ ਨਵਾਂ ਕਿਰਪਾਨ ਮੇਰੀ, ਲੇਖੇ ਧਰਮ ਦੇ ਸਭੇ ਮੈਂ ਲਾ ਦੇਣੇ, ਸਾਰਾ ਘਰ ਪਰਿਵਾਰ ਤੇ ਜਾਨ ਮੇਰੀ। ਇਹਨਾਂ ਸਤਰਾਂ ਦੇ ਵਿੱਚ ਕਵੀ ਗੁਰੂ ਸਾਹਿਬ ਜੀ ਦਾ ਉਪਦੇਸ਼ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਇਹ ਉਪਦੇਸ਼ ਕੀਤਾ ਹੈ ਕਿ ਤੁਹਾਡੇ ਅੰਦਰ ਸ਼ਕਤੀ ਭਗਤੀ ਦੇ ਵਿੱਚੋਂ ਮਿਲੇਗੀ, ਪ੍ਰਾਪਤ ਹੋਵੇਗੀ। ਭਗਤੀ ਨਾਮ ਦੀ ਵਿੱਚੋਂ ਹੁਣ ਮਿਲੂ ਸ਼ਕਤੀ। ਜੋ ਬੰਦਾ, ਜੋ ਵਿਅਕਤੀ ਖਾਲਸਾ ਧਰਮ ਦੇ ਵਿੱਚ ਪ੍ਰਵੇਸ਼ ਕਰ ਗਿਆ, ਉਸ ਲਈ 5 ਬਾਣੀਆਂ ਦਾ ਨਿਤਨੇਮ ਕਰਨਾ ਜ਼ਰੂਰੀ ਹੋ ਗਿਆ, ਅਤੇ ਉਸ ਨੇਮ ਦੇ ਵਿੱਚੋਂ, ਬਾਣੀਆਂ ਦੇ ਵਿੱਚੋਂ ਗੁਰੂ ਜੀ ਦੀ ਭਗਤੀ ਦੇ ਵਿੱਚੋਂ ਹੀ ਹੁਣ ਉਹਨਾਂ ਨੂੰ ਸ਼ਕਤੀ ਪ੍ਰਾਪਤ ਹੋਵੇਗੀ। ਅਤੇ ਜੋ 5 ਕਕਾਰਾਂ ਦੇ ਵਿੱਚ ਉਹਨਾਂ ਨੇ ਸਾਨੂੰ ਕਿਰਪਾਨ ਬਖਸ਼ਿਸ਼ ਕੀਤੀ ਹੈ, ਲੋਹੇ ਦੀ ਬਣੀ ਹੋਈ, ਜੋ ਕਿ ਸਾਡੇ ਅੰਦਰ ਵੀਰਤਾ ਅਤੇ ਨਿਡਰਤਾ ਦਾ ਜਜ਼ਬਾ ਭਰੇਗੀ, ਸਾਡਾ ਹੌਸਲਾ ਵਧਾਵੇਗੀ। ਲੇਖੇ ਧਰਮ ਦੇ ਸਭੇ ਮੈਂ ਲਾ ਦੇਣੇ। ਗੁਰੂ ਸਾਹਿਬ ਆਪਣੇ ਆਪ ਨੂੰ ਵੀ ਇਸ ਧਰਮ ਦੇ ਉੱਪਰੋਂ, ਆਪਣੇ ਦੇਸ਼ ਦੇ ਉੱਪਰੋਂ, ਆਪਣਾ ਪਰਿਵਾਰ ਅਤੇ ਸਾਰਾ ਕੁਝ ਵਾਰਨ ਲਈ ਤਿਆਰ ਬੈਠੇ ਹਨ। ਕਹਿੰਦੇ ਲੇਖੇ ਧਰਮ ਦੇ ਸਭੇ ਮੈਂ ਲਾ ਦੇਣੇ, ਸਾਰਾ ਘਰ ਪਰਿਵਾਰ ਤੇ ਜਾਨ ਮੇਰੀ। ਉਹਨਾਂ ਦੇ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਮਾਤਾ ਪਿਤਾ ਅਤੇ ਆਪਣਾ ਆਪ ਵੀ ਉਹਨਾਂ ਨੇ ਇਸ
ਵਿਖਿਆਨ ਨੂੰ ਸੱਚ ਕਰ ਵਿਖਾਇਆ ਕਿ ਸਾਡੀ ਖਾਤਰ, ਧਰਮ ਦੀ ਖਾਤਰ ਉਹਨਾਂ ਨੇ ਆਪਣਾ ਪਰਿਵਾਰ ਸਾਰਾ ਕੁਝ ਕੁਰਬਾਨ ਕਰ ਦਿੱਤਾ। ਸਾਰੇ ਧਰਮਾਂ ਦੇ ਚੰਗੇ ਤਰਕ ਲੈ ਕੇ ਮਹਿਲ ਸਿੱਖੀ ਦਾ ਅਸੀਂ ਉਸਾਰਿਆ ਹੈ। ਮੀਰੀ ਪੀਰੀ ਦੇ ਨਵੇਂ ਵਿੱਚ ਰੰਗ ਭਰ ਕੇ ਅੱਜ ਮੈਂ ਖਾਲਸਾ ਨਵਾਂ ਉਭਾਰਿਆ ਹੈ। ਤਰਕ ਤੋਂ ਭਾਵ ਹੁੰਦਾ ਹੈ ਸਿਧਾਂਤ, ਅਸੂਲ, ਨਿਯਮ। ਇਹਨਾਂ ਸਤਰਾਂ ਦੇ ਰਾਹੀਂ ਕਵੀ ਗੁਰੂ ਜੀ ਦਾ ਉਪਦੇਸ਼ ਦੱਸਦਾ ਹੋਇਆ ਸਾਨੂੰ ਕਹਿ ਰਿਹਾ ਹੈ ਕਿ ਗੁਰੂ ਜੀ ਨੇ ਹਰ ਧਰਮ ਦੇ ਵਿੱਚੋਂ ਉਹ ਚੰਗੇ ਸਿਧਾਂਤ ਇਕੱਠੇ ਕਰਕੇ ਇਸ ਸਿੱਖੀ ਧਰਮ ਦੇ ਵਿੱਚ ਪ੍ਰਵੇਸ਼ ਕਰ ਦਿੱਤੇ ਹਨ। ਜੋ ਵੀ ਬਾਕੀ ਦੇ ਧਰਮ ਦੇ ਚੰਗੇ ਅਸੂਲ ਨੇ, ਭਾਵ ਹਰ ਕਿਸੇ ਦੇ ਨਾਲ ਨਿਮਰਤਾ ਦੇ ਨਾਲ ਬੋਲਣਾ, ਕਿਸੇ ਨੂੰ ਉੱਚਾ ਨੀਵਾਂ ਜਾਂ ਮਾੜਾ ਨਹੀਂ ਸਮਝਣਾ, ਕਿਸੇ ਦੇ ਨਾਲ ਮਾੜਾ ਸਲੂਕ ਨਹੀਂ ਕਰਨਾ, ਔਰਤ ਦੀ ਰੱਖਿਆ ਕਰਨੀ, ਇਹ ਸਾਰੇ ਸਿਧਾਂਤਾਂ ਨੂੰ ਹਰ ਧਰਮ ਦੇ ਵਿੱਚੋਂ ਉਠਾ ਕੇ ਗੁਰੂ ਜੀ ਨੇ ਇੱਕ ਧਰਮ ਜੋ ਖਾਲਸਾ ਧਰਮ ਜਿਹੜਾ ਆ ਉਹ ਬਣਾ ਕੇ ਤੇ ਸਿੱਖੀ ਰੂਪੀ ਮਹਿਲ ਜਿਹੜਾ ਆ ਉਹ ਉਸਾਰ ਦਿੱਤਾ ਹੈ। ਮੀਰੀ ਪੀਰੀ, ਇੱਥੇ ਮੀਰੀ ਪੀਰੀ ਦੀਆਂ ਬੇਟਾ ਦੋ ਤਲਵਾਰਾਂ ਦੇ ਨਾਮ ਨੇ ਜੋ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਧਾਰਨ ਕੀਤੀਆਂ ਗਈਆਂ ਸਨ, ਕਿਉਂਕਿ ਉਸ ਸਮੇਂ ਮੁਗਲਾਂ ਦਾ ਬਹੁਤ ਬੋਲਬਾਲਾ ਸੀ। ਮੁਗਲ ਜੋ ਕਿ ਲੋਕਾਂ ਦੇ ਉੱਪਰ ਇੰਨਾ ਕੁ ਅਤਿਆਚਾਰ ਕਰਦੇ ਸਨ ਕਿ ਕਿਸੇ ਨੂੰ ਵੀ ਆਪਣੇ ਕੋਲ ਅਸਤਰ ਸ਼ਸਤਰ ਰੱਖਣ ਦਾ ਅਧਿਕਾਰ ਨਹੀਂ ਸੀ, ਸਿਰ 'ਤੇ ਕਲਗੀ ਲਗਾਉਣ ਦਾ ਹੱਕ ਨਹੀਂ ਸੀ। ਤਾਂ ਹਰਗੋਬਿੰਦ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਖਿਲਾਫ ਇਹ ਦੋ ਤਲਵਾਰਾਂ, ਭਾਵ ਜ਼ੁਲਮ ਦੇ ਖਿਲਾਫ ਇਹ ਦੋ ਤਲਵਾਰਾਂ ਉਠਾਈਆਂ, ਜਿਨ੍ਹਾਂ ਨੂੰ ਉਹਨਾਂ ਨੇ ਨਾਮ ਦਿੱਤਾ ਸੀ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ। ਮੀਰੀ ਉਹਨਾਂ ਦੀ ਰਾਜਨੀਤਿਕ ਸ਼ਕਤੀ ਦੀ ਪ੍ਰਤੀਕ ਸੀ ਤੇ ਪੀਰੀ ਉਹਨਾਂ ਦੀ ਅਧਿਆਤਮਕ ਸ਼ਕਤੀ ਦੀ ਪ੍ਰਤੀਕ ਸੀ, ਭਾਵ ਉਹ ਗੁਰੂਆਂ ਦੀ ਬਾਣੀ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ ਨਾਲ, ਪਰਮਾਤਮਾ ਦੀ ਭਗਤੀ ਦੇ ਨਾਲ ਜੋੜਨ ਦੇ ਨਾਲ ਨਾਲ ਰਾਜਨੀਤੀ ਦੇ ਵਿੱਚ ਵੀ ਪ੍ਰਵੇਸ਼ ਹੋ ਚੁੱਕੇ ਸਨ। ਤੇ ਉਹਨਾਂ ਨੇ ਇਹ ਤਲਵਾਰਾਂ ਧਾਰਨ ਕਰਕੇ ਇਸ ਖਾਲਸੇ ਦੇ ਵਿੱਚ ਹੋਰ ਵੀ ਨਿਖਾਰ ਜਿਹੜਾ ਸੀ ਉਹ ਭਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤਰ੍ਹਾਂ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਸਭ ਤੋਂ ਪਹਿਲਾਂ ਸ਼ੁਰੂਆਤ 6ਵੇਂ ਜਾਮੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਤੇ ਉਹਨਾਂ ਦੇ ਹੀ ਇਸ ਉਸਾਰੇ ਹੋਏ ਮਹਿਲ ਨੂੰ ਅੱਜ ਮੈਂ ਖਾਲਸਾ ਪੰਥ ਸਾਜ ਕੇ ਇੱਕ ਨਵੇਕਲਾ ਰੂਪ ਜਿਹੜਾ ਆ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ। ਝੋਲੀ ਪਾਇਆ ਮੈਂ ਖਾਲਸਾ ਪੰਥ ਥੋੜੀ, ਇਹਦੀ ਖਾਲਸਾ ਜੀ ਸਾਂਭ ਸੰਭਾਲ ਕਰਨੀ, ਇਹਦੀ ਸੋਚ ਵਿੱਚ ਸਜਰੇ ਫੁੱਲ ਧਰਨੇ, ਇਹਦੇ ਬਦਨ ਵਿੱਚ ਸੱਚੀ ਖੁਸ਼ਬੂ ਭਰਨੀ। ਅਖੀਰ ਇਹਨਾਂ ਸਤਰਾਂ ਦੇ ਰਾਹੀਂ ਕਵੀ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਭਾਵ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦੱਸੇ ਗਏ ਉਪਦੇਸ਼ ਨੂੰ ਸਾਡੀ ਝੋਲੀ ਦੇ ਵਿੱਚ ਪਾ ਰਿਹਾ ਹੈ ਕਿ ਹੇ ਸਿੱਖੋ, ਮੈਂ ਆਪਣਾ ਦੇਸ਼, ਆਪਣੇ ਦੇਸ਼ ਦੀ ਝੋਲੀ ਦੇ ਵਿੱਚ, ਆਪਣੇ ਖਾਲਸੇ ਦੀ ਝੋਲੀ ਦੇ ਵਿੱਚ ਇੱਕ ਨਵਾਂ ਧਰਮ ਜਿਹੜਾ ਆ ਉਹ ਪਾ ਦਿੱਤਾ ਹੈ। ਹੁਣ ਇਸ ਧਰਮ ਦੀ ਸਾਂਭ ਸੰਭਾਲ ਕਰਨੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ। ਤੁਸੀਂ ਇਹਨਾਂ ਵਿੱਚ ਦੱਸੇ ਹੋਏ ਸਿਧਾਂਤਾਂ ਦੇ ਉੱਪਰ ਪੱਕੇ ਰਹਿਣਾ ਹੈ ਤੇ ਇਹ ਤੁਹਾਡੀ ਹੀ ਜ਼ਿੰਮੇਵਾਰੀ ਬਣਦੀ ਹੈ। ਤੁਹਾਡਾ ਹੀ ਇੱਥੇ ਕਹਿ ਸਕਦੇ ਹਾਂ ਕਿ ਇਸ ਸਿਧਾਂਤ ਦੇ ਵਿੱਚ ਤੁਸੀਂ ਪੱਕੇ ਰਹਿਣਾ ਹੈ। ਤੁਹਾਡਾ ਹੀ ਫਰਜ਼ ਬਣਦਾ ਹੈ ਕਿ ਆਪਣੀ ਨੇਕੀ ਤੇ ਇਮਾਨਦਾਰੀ ਨਾਲ ਇਸ ਵਿੱਚ ਸਜਰੇ ਫੁੱਲ ਭਰਨੇ ਹਨ। ਸਜਰੇ ਫੁੱਲ ਭਰਨ ਤੋਂ ਭਾਵ ਇਹ ਹੈ ਕਿ ਇਸ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣਾ ਹੈ, ਭਾਵ ਜੋ ਸਾਨੂੰ ਗੁਰੂ ਸਾਹਿਬ ਨੇ ਉਪਰੋਕਤ ਸਾਰੇ ਫਰਜ਼ ਜਿਹੜੇ ਸੀ ਦਿੱਤੇ ਸਨ, ਉਹਨਾਂ ਦੇ ਵਿੱਚ ਬਰਾਬਰੀ, ਸਾਂਝੀਵਾਲਤਾ, ਭਗਤੀ,
ਕਿਰਤ ਕਰਨੀ ਤੇ ਧਰਮ ਦੇ ਅਸੂਲਾਂ ਦੇ ਪੱਕੇ ਰਹਿਣਾ। ਇਹਨਾਂ ਸਾਰੇ ਸਿਧਾਂਤਾਂ ਦੇ ਉੱਪਰ ਡਟ ਕੇ ਰਹਿਣਾ ਹੈ ਤੇ ਇਹਨਾਂ ਫਰਜ਼ਾਂ ਨੂੰ ਤੁਸੀਂ ਹੀ ਨਿਭਾਉਣਾ ਹੈ। ਧੰਨਵਾਦ।